ਜਿਹੜੇ ਹੈ ਉਹ ਖੋਲ ਦਿੱਤੇ ਜਾਣਗੇ। ਹੁਣ ਤੁਸੀਂ ਇਹਦੇ ਪਿੱਛੇ ਮਨਸ਼ਾ ਕੀ ਹੈ ਇਸ ਫੈਸਲੇ ਦੇ, ਇਹ ਸਮਝਣ ਦੀ ਲੋੜ ਹੈ। ਇੱਕ ਸਿਆਸੀ ਫੈਸਲਾ, ਇੱਕ ਪੋਲੀਟੀਕਲ ਡਿਸੀਜਨ ਦਿੱਲੀ ਦੇ ਕਹਿਣ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲਿੱਤੀ। ਤੁਸੀਂ ਦੇਖੋ ਕੋਈ SOPs ਨਹੀਂ ਇਹਦੇ ਚ ਜਾਰੀ ਕੀਤੇ ਗਏ, ਕੋਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਨਹੀਂ ਹੈ, कोई टीचर्स नूं, कोई बच्चों नूं कोई हदायतां, कोई गाइडलाइंस, कोई ट्रेनिंग नहीं दी गई, किसी किस्म की कोई हेल्थ डिपार्टमेंट दी ड्यूटियां नहीं लाइया गई ते रातों रात फैसला ले लिता जाता है कि स्कूल सारे खोल दिते जान। ये क्यों रातों रात लिता गया? ये पिछे मंशा की है कि जिहड़ा किसानी अंदोलन दिनों दिन तकड़ा हुंदा जा रहा है, ਜਿਹੜਾ ਕਿਸਾਨੀ ਅੰਦੋਲਨ ਦਿਨੋਂ ਦਿਨ ਜਿਹਦੇ ਵਿੱਚ ਸੰਖਿਆ ਵੱਧਦੀ ਜਾ ਰਹੀ ਹੈ ਲੋਕਾਂ ਦੀ, ਉਹ ਸੰਖਿਆ ਨੂੰ ਘਟਾਇਆ ਕਿਵੇਂ ਜਾਵੇ? ਹੁਣ ਸੁਭਾਵਕ ਹੈ ਉੱਥੇ ਮਾਪੇ ਬੈਠੇ ਆ ਬੱਚਿਆਂ ਦੇ, ਜਿਨ੍ਹਾਂ ਦੇ ਬੱਚਿਆਂ ਨੇ ਸਕੂਲਾਂ ਜਿਨ੍ਹਾਂ ਦੀਆਂ ਐਡਮਿਸ਼ਨਾਂ ਹੈ, ਕਈਆਂ ਨੇ ਪਿੰਡਾਂ ਚੋਂ ਆਪਦੇ ਬੱਚਿਆਂ ਨੂੰ ਸਕੂਲ ਰੋਜ਼ ਲੈ ਕੇ ਵੀ ਆਉਣਾ ਹੁੰਦਾ ਹੈ, ਛੱਡ ਕੇ ਵੀ ਆਉਣਾ ਹੁੰਦਾ ਹੈ। ਕਈਆਂ ਨੇ ਆਪਦੇ ਬੱਚਿਆਂ ਨੂੰ ਜਦੋਂ ਸਕੂਲ ਖੁੱਲ ਗਏ ਨਾਲ ਟਿਊਸ਼ਨਾਂ ਤੇ ਵੀ ਲੈ ਕੇ ਆਉਣਾ ਹੈ। ਕਈਆਂ ਦੇ ਘਰਾਂ ਦੇ ਵਿੱਚ ਸਾਧਨ ਇੱਕ ਇੱਕ ਹੈ ਜਿਹੜਾ ਉੱਥੇ ਲੈ ਕੇ ਗਏ ਹੋਏ ਆ ਕਿ ਉੱਥੋਂ ਗਿਣਤੀ ਕਿਵੇਂ ਘਟਾਈ ਜਾਵੇ। ਇਹ ਮਾਪਿਆਂ ਨੂੰ ਸਕੂਲ ਖੋਲ ਦਿਓ, ਟੈਸਟਾਂ ਦਾ ਐਲਾਨ ਕਰ ਦਿਓ ਕਿ ਟੈਸਟ ਵੀ ਹੋਣਗੇ ਤੇ ਸਾਰੇ ਮਾਪੇ ਉੱਥੋਂ ਵਾਪਸ ਬੁਲਾਏ ਜਾਣ। ਇਹ ਮਨਸ਼ਾ ਇਸ ਫੈਸਲੇ ਦੇ ਪਿੱਛੇ ਇਹ ਹੈ। ਤੁਸੀਂ ਦੇਖੋ ਜਿੱਥੇ ਜਿੱਥੇ BJP ਦੀਆਂ ਸਰਕਾਰਾਂ ਜੋ ਡਿਸੀਜਨ ਲੈਂਦੀਆਂ, ਜੋ ਫੈਸਲੇ ਲੈਂਦੀਆਂ, ਹੂਬਹੂ ਪੰਜਾਬ ਸਰਕਾਰ ਅਮਿਤ ਸ਼ਾਹ ਦੇ ਕਹਿਣ ਤੇ ਰੈਪਲੀਕੇਟ ਕਰ ਰਹੀ ਹੈ। ਰਿਮੋਟ ਕੰਟਰੋਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਹੈ, ਅਮਿਤ ਸ਼ਾਹ ਦੇ ਕੋਲੇ ਹੈ। ਕੈਪਟਨ ਅਮਰਿੰਦਰ ਸਿੰਘ ਦਾ ਤੇ ਇਹਦੇ ਸਟਾਫ ਦੀ ਤੁਸੀਂ ਕਾਲ ਡਿਟੇਲਸ ਚੈੱਕ ਕਰ ਲਓ, ਦਿਨ ਦਿਹਾੜੀ ਦੇ ਵਿੱਚ ਘੱਟ ਤੋਂ ਘੱਟ 10 ਵਾਰੀ ਅਮਿਤ ਸ਼ਾਹ ਤੋਂ ਡਾਇਰੈਕਸ਼ਨਾਂ ਲੈਂਦੇ ਹੋਣੇ। ਤੁਸੀਂ ਇਹ ਫੈਸਲਾ ਲੈ ਲਓ, ਚਾਹੇ ਪਿਛਲੇ ਦਿਨੀ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਗੀਤਕਾਰਾਂ ਨੂੰ, ਲੇਖਕਾਂ ਨੂੰ, ਸਿੰਗਰਸ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ। ਪਹਿਲਾਂ ਭਾਰਤ ਦੀ ਸਰਕਾਰ ਨੇ ED ਰਾਹੀਂ ਟਾਰਗੇਟ ਕੀਤੇ, ਇਨਕਮ ਟੈਕਸ ਰਾਹੀਂ ਟਾਰਗੇਟ ਕੀਤੇ, ਪੇਰਾ ਰਾਹੀਂ ਟਾਰਗੇਟ ਕੀਤੇ, ਤੇ ਹੁਣ ਪੰਜਾਬ ਸਰਕਾਰ ਰਾਹੀਂ ਕੇਂਦਰ ਦੀ ਸਰਕਾਰ ਪੰਜਾਬ ਪੁਲਿਸ ਰਾਹੀਂ ਇਹਨਾਂ ਨੂੰ ਟਾਰਗੇਟ ਕਰ ਰਹੀ ਹੈ। ਮੈਂ ਜਾ ਕੇ ਆਇਆ ਪਰਸੋਂ ਪਟਿਆਲੇ, ਜਿੱਥੇ ਸ਼੍ਰੀ ਬਰਾੜ ਜੀ ਨੇ ਕਿਸਾਨ ਐਂਥਮ ਗਾਇਆ। ਉਹਦਾ ਇੱਕ ਪੁਰਾਣਾ ਗਾਣਾ ਚੱਕ ਕੇ ਕਿ ਇਹਨੇ ਜੀ ਵਾਇਲੈਂਸ ਨੂੰ ਗਲੋਰੀਫਾਈ ਕੀਤਾ, ਅਸੀਂ ਇਸ ਕਰਕੇ ਉਹਦੇ ਤੇ ਐਕਸ਼ਨ ਲੈਣੇ। ਦੇਖੋ ਵਾਇਲੈਂਸ ਨੂੰ ਜਿਹੜੇ ਗਾਣੇ ਗਲੋਰੀਫਾਈ ਕਰਦੇ ਆ, ਕੋਈ ਉਸ ਦਾ ਸਮਰਥਨ ਨਹੀਂ ਕਰਦਾ, ਪਰ ਕੀ ਇਹ ਕੱਲਾ ਸਿੰਗਰ ਹੈ ਜਿਹਨੇ ਇਹ ਕੀਤਾ? ਜੇ ਨਹੀਂ ਫਿਰ ਇਹਨੂੰ ਕੱਲੇ ਨੂੰ ਟਾਰਗੇਟ ਕਿਉਂ ਕੀਤਾ? ਹੋਰ ਵੀ ਸਿੰਗਰ ਹੈ ਜਿਨ੍ਹਾਂ ਨੇ ਇਦੋਂ ਵੀ ਸ਼ਾਇਦ ਜ਼ਿਆਦਾ ਵਾਇਲੈਂਸ ਵਾਲੇ ਗੀਤ ਗਾਏ ਹੋਣਗੇ। ਉਹ ਤੁਹਾਡੇ ਲੋਕਲ ਬਠਿੰਡੇ ਦੇ ਜਿਹੜੇ ਸਿਆਸਤਦਾਨ ਹੈ ਕਾਂਗਰਸ ਦੇ, ਜੋ ਵਰਗੇ ਤੇ ਰਾਜੇ ਵੜਿੰਗ ਵਰਗਿਆਂ ਦੀਆਂ ਗੱਡੀਆਂ 'ਚ ਘੁੰਮਦੇ, ਉਹਨਾਂ ਤੇ ਤਾਂ ਐਕਸ਼ਨ ਨਹੀਂ ਲਿੱਤਾ ਜਾਂਦਾ, ਕਿਉਂਕਿ ਕਿਸਾਨ ਐਂਥਮ ਇਸ ਮੂਵਮੈਂਟ ਦਾ ਅਨਆਫੀਸ਼ੀਅਲ ਐਂਥਮ ਬਣ ਕੇ ਰਹਿ ਗਿਆ। ਛੋਟੇ ਤੋਂ ਛੋਟਾ ਬੱਚਾ ਤੋਂ ਲੈ ਕੇ ਨੌਜਵਾਨ ਇਹ ਗੀਤ ਨੂੰ ਗੁਣਗੁਣਾਉਂਦਾ ਹੈ, ਗਾਉਂਦਾ ਹੈ, ਜੋਸ਼ ਭਰਦਾ ਹੈ, ਜਜ਼ਬਾ ਭਰਦਾ ਹੈ ਇਸ ਅੰਦੋਲਨ ਪ੍ਰਤੀ। ਇਸ ਕਰਕੇ ਟਾਰਗੇਟ ਕੀਤਾ ਗਿਆ। ਪਹਿਲਾਂ ਉਹਨੂੰ ਟਾਰਗੇਟ ਕਰ ਲਿਆ। ਕੱਲ ਮੈਂ ਖਬਰਾਂ ਪੜ੍ਹ ਲਿਆ ਸੀ ਕਿ ਜਿਨ੍ਹਾਂ ਨੇ ਇਹ ਗਾਇਆ, ਜਸ ਬਾਜਵਾ ਤੇ ਮਨਕੀਰਤ ਔਲਖ, ਉਹਨਾਂ ਨੂੰ ਵੀ ਕਹਿੰਦੇ ਪੁਲਿਸ ਨੇ ਸਮਨ ਕਰ ਲਿਆ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਐਵਰੀ ਡਿਸੀਜਨ, ਹਰ ਫੈਸਲਾ, ਹਰ ਕਦਮ ਜਿਹੜਾ ਹੈ ਉਹ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਕੈਪਟਨ ਦੀ ਸਰਕਾਰ ਚੱਕ ਰਹੀ ਹੈ। ਆਪਾਂ ਇਹ ਵੀ ਸਾਰੇ ਜਾਣਦੇ ਹਾਂ ਕਿ ਕੈਪਟਨ ਸਾਹਿਬ ਦੇ ਸਾਰੇ ਹੈਂਡ ਪਿਕਡ ਚੋਜ਼ਨ ਬਲੂ ਆਈਡ ਅਫਸਰ ਹੈ ਜਿਹੜੇ ਉਹ ਦਿੱਲੀ ਬੈਠੇ ਆ। ਸਾਰੇ ਬੈਠੇ ਕਿਉਂ ਹੈ? ਕੇਂਦਰ ਤੋਂ ਡਾਇਰੈਕਸ਼ਨਾਂ ਲੈਂਦੇ ਆ ਤੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ। ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਜਨਤਕ ਕਰਨ ਕਿ ਕਿਹੜੇ ਕਿਹੜੇ ਅਫਸਰ ਪੰਜਾਬ ਸਰਕਾਰ ਦੇ ਉਸ ਦਿਨ ਦੇ ਦਿੱਲੀ ਬੈਠੇ ਆ ਤੇ ਕਿਸ ਮੰਤਵ ਤਾਈਂ ਬੈਠੇ ਆ। ਆਫੀਸ਼ੀਅਲੀ ਰਿਕਾਰਡ ਜਾਰੀ ਕਰਨ ਉਹਨਾਂ ਦਾ। ਕਿਹੜੇ ਕਿਹੜੇ ਇੱਥੋਂ ਪੰਜਾਬ ਚੋਂ ਆਪਦੀਆਂ ਡਿਊਟੀਆਂ ਤੋਂ ਗੈਰ ਹਾਜ਼ਰ ਹੈ ਤੇ ਦਿੱਲੀ ਬੈਠੇ ਆ, ਕਿਉਂ ਬੈਠੇ ਆ? ਇਹ ਕੈਪਟਨ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ। ਵੇਖੋ, ਹਾਥੀ ਕੇ दांत खाने को और दिखाने को और, ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ
ਤੇ ਵਿੱਚੋਂ ਜੋ ਕੁਝ ਬੀਜੇਪੀ ਕਹੀ ਜਾਂਦੀ, ਜਿਵੇਂ ਮੈਂ ਪਹਿਲਾਂ ਕਿਹਾ, ਏਜੰਡਾ ਉਹੀ ਲਾਗੂ ਕਰ ਰਿਹਾ। ਪੰਜਾਬ ਦੇ ਵਿੱਚ ਇਹਨਾਂ ਦੇ ਆਪ ਦੇ ਮੰਤਰੀ ਦਾ ਬਿਆਨ ਹੈ ਭਾਰਤ ਭੂਸ਼ਣ ਆਸ਼ੂ ਦਾ ਕਿ ਕਾਨੂੰਨ ਜਿਹੜੇ ਹੈ ਇਹ ਪੰਜਾਬ ਦੇ ਵਿੱਚ ਲਾਗੂ ਵੀ ਕਰ ਦਿੱਤੇ ਗਏ, ਦਿੱਲੀ 'ਚ ਵੀ ਕਰਤੇ, ਪੰਜਾਬ 'ਚ ਵੀ ਲਾਗੂ ਕਰਤੇ। ਇੱਕ ਅੰਗਰੇਜ਼ੀ ਦੇ ਵਿੱਚ ਕਹਾਵਤ ਹੈ, ਰਨਿੰਗ ਵਿਦ ਦੀ ਹੇਅਰ ਐਂਡ ਹੰਟਿੰਗ ਵਿਦ ਦਾ ਹਾਊਂਡ। ਸਹਿ ਨਾਲ ਭੱਜ ਵੀ ਰਹੇ ਹੈ ਤੇ ਮਗਰ ਜਿਹੜੇ ਉਹਦੇ ਸ਼ਿਕਾਰੀ ਲੱਗੇ ਉਹਨਾਂ ਨਾਲ ਰਲ ਕੇ ਸ਼ਿਕਾਰ ਵੀ ਕਰ ਰਹੇ ਹੈ। ਲੋਕਾਂ ਨੂੰ ਦਿਖਾਉਣ ਵਾਸਤੇ ਤਾਂ ਸਹਿ ਨਾਲ ਭੱਜ ਰਹੇ ਹੈ, ਪਰ ਅਸਲੀਅਤ ਦੇ ਵਿੱਚ ਬੀਜੇਪੀ ਨਾਲ ਰਲ ਕੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਲੱਗੇ ਹੈ। ਤੇ ਇਹ ਪੰਜਾਬ ਦੇ ਲੋਕ ਬੜੇ ਸਿਆਣੇ ਹੈ। ਹਰ ਰੋਜ਼ ਐਵਰੀ ਸਿੰਗਲ ਡੇ ਦਿੱਲੀ ਥੈਲਿਓਂ ਬਾਹਰ ਆਉਂਦੀ ਹੈ, ਨਵਾਂ ਫੈਸਲਾ ਆਉਂਦਾ ਹੈ ਤੇ ਕੈਪਟਨ ਸਾਹਿਬ ਦੀ ਜਿਹੜੀ ਅਸਲੀਅਤ ਹੈ ਉਹ ਜੱਗ ਜ਼ਾਹਰ ਹੋ ਰਹੀ ਹੈ। ਕੈਪਟਨ ਸਾਹਿਬ ਦੀ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਪੰਜਾਬ ਦੇ ਲੋਕ ਇਹਨਾਂ ਚਾਲਾਂ ਨੂੰ, ਬੀਜੇਪੀ ਤੇ ਕਾਂਗਰਸ, ਇਹ ਅਮਰਿੰਦਰ ਸ਼ਾਹ ਦੀ ਸਰਕਾਰ ਬਣ ਗਈ ਹੈ। ਅਮਰਿੰਦਰ ਸਿੰਘ ਨਹੀਂ, ਅਮਰਿੰਦਰ ਸ਼ਾਹ ਦੀ ਸਰਕਾਰ ਬਣ ਗਈ ਹੈ। ਬੀਜੇਪੀ ਤੇ ਕਾਂਗਰਸ ਦੀ ਜੁਆਇੰਟ ਸਰਕਾਰ ਹੈ। ਅਸੀਂ ਉਹ ਸੀ, ਮੈਨੂੰ ਲੱਗਦਾ ਹੈ 1 ਕੇ 2 ਬੀਜੇਪੀ ਦੇ 81-82 ਐਮਐਲਏ ਸਰਕਾਰ ਕੋਲੇ ਹੈਗੇ, ਜੋ ਮਰਜ਼ੀ ਕਰੀ ਜਾਣਾ। ਸੋ ਮੈਂ ਇਹ ਇਸ਼ੂਜ਼ ਤੁਹਾਡੇ ਰਾਹੀਂ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਸੀ ਕਿ ਕਾਂਗਰਸ ਦੀ ਜਿਹੜੀ ਅਸਲੀਅਤ ਹੈ ਤੇ ਕਾਂਗਰਸ ਤੇ ਬੀਜੇਪੀ ਕਿਵੇਂ ਰਲ ਕੇ ਇਸ ਅੰਦੋਲਨ ਨੂੰ ਟਾਰਗੇਟ ਤੇ ਫੇਲ ਕਰ ਰਹੇ। ਧੰਨਵਾਦ ਜੀ। ਕੋਈ ਸਵਾਲ ਹੈ ਤਾਂ? ਜਿਹੜਾ ਸਕੂਲਾਂ ਵਾਲਾ ਮਾਮਲਾ ਹੈ ਜੋ ਵੈਸੇ ਅੱਜ ਮੇਰੀ ਖਬਰ ਵੀ ਲੱਗੀ ਹੈ, ਤੇ ਇਹਨੂੰ ਲੈ ਕੇ ਤੁਸੀਂ ਕੋਈ ਹੋਰ ਆਪਣੇ ਪਾਰਟੀ ਵੱਲੋਂ ਕੋਈ ਕਾਰਵਾਈ ਕਰੋਗੇ? ਮੈਂ ਸੀਨੀਅਰ ਲੀਡਰਸ਼ਿਪ ਨਾਲ, ਪਾਰਟੀ ਦੀ ਨਾਲ ਰਾਤ ਇਸ ਇਸ਼ੂ ਤੇ ਗੱਲ ਕੀਤੀ ਸੀ, ਕਿਉਂਕਿ ਮੇਰੇ ਕੋਲੇ ਕਈ ਨੌਜਵਾਨਾਂ ਵੱਲੋਂ, ਕਈ ਪੇਰੈਂਟਸ ਵੱਲੋਂ ਤੇ ਕਈ ਟੀਚਰਸ ਵੱਲੋਂ ਵੀ ਇਹ ਇਸ਼ੂ ਆਇਆ ਸੀ, ਕਿਉਂਕਿ ਹਰ ਬੰਦਾ ਚਿੰਤਿਤ ਹੈ। ਦੇਖੋ, ਇੱਕ ਨਵਾਂ ਸਟ੍ਰੇਨ ਕੋਵਿਡ ਦਾ ਆ ਗਿਆ ਜਿਹਦਾ ਇੰਡੀਆ 'ਚ ਕਿਸੇ ਵੀ ਸਟੇਟ 'ਚ ਸਕੂਲ ਨਹੀਂ ਖੁੱਲੇ। ਮੈਂ ਉਹੀ ਕਹਿ ਰਿਹਾ, ਦੇਖੋ ਜਿੱਥੋਂ ਹੋਰ ਕੋਈ ਸਟੇਟ ਨਹੀਂ ਖੋਲ ਰਹੀ, ਪੰਜਾਬ ਕਿਉਂ, ਹਰਿਆਣਾ ਕਿਉਂ? ਕਿਉਂਕਿ ਇੱਥੋਂ ਦੇ 2 ਸਟੇਟਾਂ ਦੇ ਕਿਸਾਨ ਉੱਥੇ ਬੈਠੇ। ਹਿੰਦੁਸਤਾਨ ਦੇ ਵਿੱਚ ਨਵਾਂ ਸਟ੍ਰੇਨ ਜਿਹੜਾ UK ਵਾਲਾ ਹੈ, ਜਿਹਦੀ ਟ੍ਰਾਂਸਮਿਸ਼ਨ ਰੇਟ 70% ਜ਼ਿਆਦਾ ਹੈ, ਉਹ ਹੁਣ ਹਿੰਦੁਸਤਾਨ ਦੇ ਵਿੱਚ ਕੋਈ UK ਦੇ ਪੈਸੇਂਜਰਸ ਰਾਹੀਂ ਆ ਗਿਆ ਤੇ ਤੁਸੀਂ ਇੱਕਦਮ ਫੈਸਲਾ ਰਾਤੇ ਰਾਤ ਲੈ ਲਿਆ ਸਕੂਲ ਖੋਲਣ ਦਾ। ਸੋ ਮੈਂ ਸੀਨੀਅਰ ਲੀਡਰਸ਼ਿਪ ਨਾਲ ਵੀ ਗੱਲ ਕੀਤੀ ਹੈ, ਪਾਰਟੀ ਦੇ ਵਿੱਚ ਵਿਚਾਰ ਕਰਕੇ ਜੋ ਇਹਦੇ ਵਿੱਚ ਫੈਸਲਾ ਲੈਣ ਦੀ ਲੋੜ ਹੋਈ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਲਏਗਾ। ਸਰਕਾਰੀ ਸਕੂਲ ਵਾਲੇ ਐਫੀਡੈਵਿਟ ਵੀ ਲੈ ਰਹੇ ਹੈ ਜੀ, ਕੀ ਤੁਸੀਂ ਜ਼ਿੰਮੇਵਾਰ ਹੋ ਜੀ? ਫਿਰ ਸਰਕਾਰ ਦੀ ਜ਼ਿੰਮੇਵਾਰੀ ਵੀਰ ਕੀ ਹੈ? ਉਹੀ ਮੈਂ ਕਹਿ ਰਿਹਾ, ਜੇ ਮੈਂ ਆਪਦੇ ਬੱਚੇ ਦੀ ਜ਼ਿੰਮੇਵਾਰੀ ਜਿੰਨਾ ਚਿਰ ਮੇਰੇ ਘਰੇ ਹੈ, ਮੇਰੇ ਕੋਲੇ ਹੈ, ਮੈਂ ਲੈ ਸਕਦਾ, ਤੇ ਫਿਰ ਸਕੂਲ ਦੇ ਵਿੱਚ ਜੇ ਸਕੂਲ ਖੋਲ ਰਹੇ ਤਾਂ ਜ਼ਿੰਮੇਵਾਰੀ ਸਰਕਾਰ ਦੀ ਹੋਵੇ। ਫਿਰ ਕੋਈ ਬੱਚਿਆਂ ਦੀ ਅਭਿਨਵੀ ਹੁੰਦੀ ਹੈ, ਕੋਈ ਟੀਚਰਸ ਦੀ ਅਭਿਨਵੀ ਹੁੰਦੀ ਹੈ, ਕੋਈ ਸਟਾਫ ਦੀ ਅਭਿਨਵੀ ਹੁੰਦੀ ਹੈ, ਦੈਨ ਕੈਪਟਨ ਅਮਰਿੰਦਰ ਸਿੰਘ ਸ਼ੁੱਡ ਗਿਵ ਐਨ ਐਫੀਡੇਵਿਟ ਕਿ ਮੈਂ ਜ਼ਿੰਮੇਵਾਰ ਹੋਊਂਗਾ, ਮੇਰੀ ਸਰਕਾਰ ਜ਼ਿੰਮੇਵਾਰ ਹੋਏਗੀ। ਡਿਰਵਾਣਾ ਜੀ, ਮੈਂ ਸੱਚ ਕਹੂੰ, ਆਪਣਾ ਸੌਰੀ ਬਾਬੂ ਸ਼ਾਹੀ ਮੀਡੀਆ ਤੋਂ ਅਸ਼ੋਕ ਵਰਮਾ। ਹਾਂਜੀ, ਕੱਲ ਪੰਜਾਬੀ ਦੇ ਸੱਚ ਕਹੂੰ ਅਖਬਾਰ ਨੂੰ ਨੋਟਿਸ ਜਾਰੀ ਕੀਤਾ, ਉਹਦੇ ਤੇ ਖਬਰ ਲੱਗੀ ਸੀ ਵੀ ਇਹਨਾਂ ਨੇ ਕਾਨੂੰਨ ਲਾਗੂ ਕਰਤੇ। ਜਿਹੜਾ ਤੁਸੀਂ ਆਸ਼ੂ ਦਾ ਬਿਆਨ ਕੀਤਾ, ਉਦੋਂ 1 ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕੇ ਕਿਹਾ ਸੀ ਵੀ ਇੱਕ ਅਖਬਾਰ 'ਚ ਖਬਰ ਲੱਗੀ ਹੈ, ਉਹ ਰਾਜਨੀਤਿਕ ਤੌਰ ਤੇ ਚੱਲਦਾ ਹੈ। ਇਸ ਤੋਂ ਪਹਿਲਾਂ ਡੇਰਾ ਸਿਰਸਾ ਨੇ ਅਕਾਲੀ ਦਲ ਨੂੰ ਹਮਾਇਤ ਦਿੱਤੀ ਸੀ। ਇਹਦਾ ਮਤਲਬ ਇਸ਼ਾਰਾ ਤੁਹਾਡੇ ਵੱਲ ਹੀ ਹੈ ਉਹਨਾਂ ਦਾ ਵੀ ਉਹ ਰਾਜਨੀਤਿਕ ਤੌਰ ਤੇ ਚੱਲਦਾ ਹੈ। ਉਹ ਅਖਬਾਰ ਦੀ ਜਿਹੜੀ ਖਬਰ ਸੀ ਕਿਸਾਨਾਂ ਦੇ ਹੱਕ 'ਚ ਲੱਗੀ ਸੀ, ਕਿਸਾਨਾਂ ਨੂੰ ਅਵੇਅਰ ਕਰਨ ਵਾਸਤੇ ਲੱਗੀ ਸੀ। ਇਸ ਮਸਲੇ ਬਾਰੇ ਤੁਸੀਂ ਕੀ ਟਿੱਪਣੀ? ਡੇਰਾ ਸਿਰਸਾ ਕੋਲੇ ਅਸੀਂ ਤਾਂ ਹਮਾਇਤ ਲੈਣ ਗਏ ਨਹੀਂ ਜੀ। ਕਿਹਨੂੰ ਦਿੱਤੀ ਕਿਹਨੂੰ ਨਹੀਂ ਦਿੱਤੀ ਇਹ ਅੱਜ ਦਾ ਵਿਸ਼ਾ ਨਹੀਂ ਹੈ। ਕਾਂਗਰਸ ਦੇ ਲੀਡਰਾਂ ਦੀਆਂ, ਕੈਪਟਨ ਅਮਰਿੰਦਰ ਸਿੰਘ ਵਰਗਿਆਂ ਦੀਆਂ ਸਭ ਦੀਆਂ ਤਸਵੀਰਾਂ ਡੇਰਾ ਸਿਰਸਾ ਦੇ ਵਿੱਚ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੀ ਤਸਵੀਰ ਨਹੀਂ ਹੈ। ਮੇਰਾ ਇਹ ਜਵਾਬ ਤਾਂ ਸਰ, ਇੱਕ ਨਗਰ ਚੋਣਾਂ ਨੂੰ ਲੈ ਕੇ ਜੋ ਕਾਂਗਰਸ ਨੇ 36 ਸੀਟਾਂ ਅਨਾਉਂਸ ਕੀਤੀਆਂ ਸੀ, ਉਹਨਾਂ ਨੂੰ ਭਾਵੇਂ ਦੱਸ ਦਿਓ ਪੰਜਾਬ ਪ੍ਰਧਾਨ ਆਪ ਦੇਣਗੇ ਕਿ ਉਹਨਾਂ 10,000 ਦਾ ਇੱਕ ਡੀਡੀ ਨਾਮ ਰੱਖਦਾ ਹੈ ਵੀ ਜਿਹਨੇ ਐਪਲੀਕੇਸ਼ਨ ਦੇਣੀ ਉਹ 10,000 ਦਾ ਡੀਡੀ ਨਾਮ ਦੇ। ਉਹ ਤਾਂ ਸਰਕਾਰੀ ਤੌਰ ਤੇ ਮੇਰੇ ਵੀਰ ਜਿਹੜਾ ਅਨਆਫੀਸ਼ੀਅਲੀ ਡੀਡੀ ਜਾਂਦੇ ਜੋ ਦੀ ਜੇਬ 'ਚ, ਉਹ ਨਹੀਂ ਫੈਸਲਾ ਹੋਇਆ ਹੋਣਾ ਤਾਂ ਰੱਦ ਕੀਤੀ। ਵੈਸੇ ਤਾਂ ਤੁਹਾਨੂੰ ਵਧਾਈ ਦੇਣੀ ਚਾਹੀਦੀ ਹੈ, ਕਿਉਂਕਿ 16 MC ਤੁਹਾਡੇ ਹੀ ਆ ਕਾਂਗਰਸ ਦੇ, ਜਿਨ੍ਹਾਂ ਨੂੰ ਅੱਧਾ ਅਕਾਲੀ ਦਲ ਤੁਹਾਡਾ ਉੱਧਰ ਹੀ। ਅੱਛਾ, ਉੱਧਰ ਗਿਆ ਵੀ ਮੇਰ ਤੁਹਾਡਾ ਹੀ ਬਣਨਾ, ਭਾਵੇਂ ਜਦ ਭੱਲੇ ਵਾਲਾ ਹੋਵੇ। ਪਰ ਫਿਰ ਵੀ ਤੁਹਾਡੀਆਂ ਜਿਹੜੀਆਂ ਟਿਕਟਾਂ ਦੀ ਅਨਾਉਂਸਮੈਂਟ ਕਦੋਂ ਤੱਕ ਹੋ ਜੂਗੀ? ਦੇਖੋ, ਸਿੰਗਲਾ ਸਾਹਿਬ ਬੈਠੇ ਹੈ ਜੀ, ਇਹ ਬਠਿੰਡਾ ਹਲਕੇ ਦੇ ਇੰਚਾਰਜ ਨੇ। ਮਲੂਕਾ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੀ ਹੈ ਜਿਹਦਾ ਮੈਂ ਵੀ ਇੱਕ ਮੈਂਬਰ ਹਾਂ ਜੀ। ਸੋ ਕੁਝ ਸੀਟਾਂ ਇਹਨਾਂ ਨੇ ਅਨਾਉਂਸ ਕਰਤੀਆਂ ਸੀ, ਜਦ ਬਾਕੀ ਜਦ ਵੀ ਇਹ ਫੈਸਲਾ ਕਰਕੇ ਕਮੇਟੀ ਤੇ ਸਿੰਗਲਾ ਸਾਹਿਬ ਜਲਦੀ ਕਰ ਦੇਣਗੇ।
ਬੰਟੀ ਜੀ ਅੱਜ ਦੀ ਅੱਜ ਜਥੇਬੰਦੀ ਬਾਰੇ ਗੱਲ ਕਰ ਲਈਏ ਹਾਂਜੀ। ਕਿ ਅਕਾਲੀ ਜਿਹੜੀ ਯੂਥ ਅਕਾਲੀ ਦਲ ਹੈ ਸ਼ਹਿਰ ਦੇ ਅੰਦਰ ਖਤਮ ਹੋ ਗਈ ਹੈ ਕਿ ਕੀ ਚੱਕਰ ਕੀ ਹੈ? ਨਹੀਂ ਖਤਮ ਤਾਂ ਵੇਖੋ ਬ੍ਰਦਰ ਕਿਤੇ ਵੀ ਨਹੀਂ ਨਹੀਂ, ਹੋਈ ਤੁਸੀਂ ਰੀਆਰਗਨਾਈਜ਼ ਮੈਂ ਖਤਮ ਕਰਕੇ ਨਹੀਂ ਮੈਂ ਆਇਆ ਵੇਖੋ ਹਰ ਜਥੇਬੰਦੀ ਦੇ ਵਿੱਚ ਪੁਨਰਗਠਨ ਹੁੰਦਾ ਹੈ ਸੋ ਨਵੇਂ ਸਿਰਿਓਂ ਜਥੇਬੰਦੀ ਸਾਰੀ ਬਣ ਰਹੀ ਹੈ ਉਸ ਵਾਸਤੇ ਮੈਂ ਇੱਥੇ ਲੋਕਲ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਸਰ ਰੱਖਦਾ 7 ਸਾਲ ਹੋ ਗਏ ਤੁਹਾਡਾ ਯੂਥ ਦਾ ਕੋਈ ਪ੍ਰਧਾਨ ਨਹੀਂ ਲੱਗਿਆ, ਕੋਈ ਸਰਕਲ ਪ੍ਰਧਾਨ ਨਹੀਂ ਲੱਗਿਆ 7 ਸਾਲਾਂ ਤੋਂ। ਦੇਖੋ ਇਹਦੇ ਚ ਪਤਾ ਕੀ ਹੈ ਇਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਖਤਮ ਹੋ ਗਏ ਕਈ ਕਾਰਨ ਹੁੰਦੇ ਆ ਕਈ ਵਾਰੀ ਇਹ ਵੀ ਹੋ ਜਾਂਦੀ ਹੈ ਕਿ ਟਸਰ ਹੀ ਜ਼ਿਆਦਾ ਹੁੰਦੀ ਹੈ ਬੰਦੇ ਬਣਨ ਵਾਲੇ ਜ਼ਿਆਦਾ ਹੁੰਦੇ ਆ ਸੋ ਉਹਦੇ ਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਥੇਬੰਦੀ ਖਤਮ ਹੋ ਗਈ ਕੰਪੀਟੀਸ਼ਨ ਵੀ ਜ਼ਿਆਦਾ ਹੋ ਸਕਦਾ ਸੋ ਕਈ ਕਾਰਨ ਹੋ ਜਾਂਦੇ ਠੀਕ ਹੈ ਜੀ ਥੈਂਕ ਯੂ